TVN देखण वाले समुचे दर्शकों ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਸਰੀ ਵਿੱਚ ਉੱਗੇ ਸਿੱਖ ਆਗੂ ਰਪਦੋਮਨ ਸਿੰਘ ਮਲਕ ਦਾ ਗੋਲੀਆਂ ਮਾਰ ਕੇ ਕਤਲ। ਮੂਸੇਵਾਲਾ ਕਤਲ ਕਾਂਡ ਵਿੱਚ ਲਾਰੈਂਸ ਬਿਸ਼ਨੋਈ ਦਾ ਵੱਡਾ ਕਬੂਲਨਾਮਾ। ਪੰਜਾਬ ਪੁਲਿਸ ਨੂੰ ਗੈਂਗਸਟਰਾਂ ਖਿਲਾਫ ਮਿਲੀ ਵੱਡੀ ਕਾਮਯਾਬੀ, हैरानीजनक खुलासे। विजिलेंस ने विरोधी पार्टियां की उड़ाई नींद। मौजूदा मुख्यमंत्री मान के निशाने ते दो साबका मुख्यमंत्री। लुधियाना के अदालती कंपलैक्स में धमाके के कथित दोषी का साथी गिरफ्तार और बैंक नाल वजी वड्डी ठगी। दोस्तों ये कुछ जानकारियां तुहाडे नाल साझीਆਂ कीतियां जाणगीਆਂ। ਇਹਦੇ ਤੋਂ ਪਹਿਲਾਂ कि ਇਹ ਸਾਰੀਆਂ ਵਿਸਥਾਰ ਦੇ ਨਾਲ ਸਾਂਝੀਆਂ ਕਰਾਂ, ਤੁਹਾਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ। जेकर चंगा लग्या फिर लाइक और शेयर जरूर कर देना। दूसरी बेनती ये कि जेकर हाले तक तुसी अपने इस चैनल को सबसक्राइब नहीं किया तो कृपा करके सबसक्राइब करके नोटिफिकेशन वाली घंटी जरूर ऑन कर लैनी। तुहाडे दिलों धन्नवादी होवांगे। तो हुण आओ इन्हां सारियां जानकारियां दे उत्ते विस्तार दे नाल गलबात करिए। सब तो पहलां अज सरी दे विच एक दिन दिहाड़े कतल होया। कतल एक उगे सिख आगू ਅਤੇ ਇੱਕ ਧਨਾੜ ਸਿੱਖ ਵਪਾਰੀ ਦਾ ਹੋਇਆ। ਅਸਲ ਦੇ ਵਿੱਚ ਇਹਨਾਂ ਦਾ ਨਾਮ ਰਪਦੋਮਨ ਸਿੰਘ ਮਲਕ ਅਤੇ ਸਮੇਂ-ਸਮੇਂ ਤੇ ਇਹਨਾਂ ਦੇ ਨਾਲ ਕਈ ਵਿਵਾਦ ਵੀ ਜੁੜਦੇ ਰਹੇ। 1985 ਦੇ ਵਿੱਚ ਬੰਬ ਧਮਾਕੇ ਨਾਲ 에ਅਰ ਇੰਡੀਆ ਜਹਾਜ਼ ਉਡਾ ਦਿੱਤਾ ਸੀ। ਉਸ ਮਸਲੇ ਦੇ ਵਿੱਚ ਵੀ ਇਹਨਾਂ ਦਾ ਨਾਮ ਗੂੰਜਿਆ ਸੀ। ਪਰ ਬਾਅਦ ਦੇ ਵਿੱਚ ਅਦਾਲਤੀ ਕਾਰਵਾਈ ਦੇ ਦੌਰਾਨ ਰਪਦੋਮਨ ਸਿੰਘ ਮਲਕ ਉਸ ਮਾਮਲੇ ਦੇ ਵਿੱਚੋਂ ਬਰੀ ਹੋ ਗਏ ਸਨ ਅਤੇ ਅੱਜ ਸਵੇਰੇ ਤਕਰੀਬਨ 9:26 ਤੇ ਰਪਦੋਮਨ ਸਿੰਘ ਮਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨਿਊਟਨ ਇਲਾਕੇ ਦੇ ਵਿੱਚ ਇਹ ਗੋਲੀਬਾਰੀ ਦੀ ਘਟਨਾ ਵਾਪਰੀ। ਜਦੋਂ ਪਹਿਲੀ ਜਾਣਕਾਰੀ ਮਿਲੀ, RCMP ਨੂੰ ਜਾਣਕਾਰੀ ਦਿੱਤੀ ਗਈ, ਇਤਲਾਹ ਦਿੱਤੀ ਗਈ ਕਿ 82 ਐਵਨਿਊ ਅਤੇ 128 ਸਟਰੀਟ ਦੇ ਉੱਤੇ ਗੋਲੀਆਂ ਚੱਲੀਆਂ ਨੇ। ਪੁਲਿਸ ਨੂੰ ਜਦੋਂ 911 ਤੇ ਕਾਲਸ ਗਈਆਂ ਤਾਂ ਪੁਲਿਸ ਨੂੰ ਉੱਥੇ ਇੱਕ ਆ ਕੇ ਜ਼ਖਮੀ ਵਿਅਕਤੀ ਮਿਲਿਆ। ਪੈਰਾਮੈਡਿਕਸ ਦੇ ਪਹੁੰਚਣ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਫਸਟ ਏਡ ਦਿੱਤੀ ਗਈ, ਪਰ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਉਹ ਜ਼ਖਮੀ ਵਿਅਕਤੀ ਦਮ ਤੋੜ ਗਿਆ ਤੇ ਉਹ ਜ਼ਖਮੀ ਵਿਅਕਤੀ ਰਪਦੋਮਨ ਸਿੰਘ ਮਲਕ ਸਨ। RCMP ਨੇ ਆਖਿਆ ਕਿ ਇਹ ਜਿਹੜੀ ਗੋਲੀਬਾਰੀ ਸੀ ਇਹ ਟਾਰਗੇਟਡ ਸੀ, ਭਾਵ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ। ਕਾਰਨ ਕੀ ਸੀ ਇਹਦੀ ਹਾਲੇ ਜਾਂਚ ਚੱਲ ਰਹੀ ਹੈ ਤੇ ਇਹ ਵੀ ਪਤਾ ਲੱਗਿਆ ਕਿ ਜਿੱਥੇ ਇਹ ਗੋਲੀਬਾਰੀ ਹੋਈ, ਗੋਲੀ ਚੱਲੀ, ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਉਹਦੇ ਬਿਲਕੁਲ ਨੇੜੇ ਸਕਾਟ ਰੋਡ ਦੇ ਨੇੜੇ 82 ਐਵਨਿਊ ਦੇ ਨੇੜੇ ਇੱਕ ਕਾਰ ਗਲੀ ਸੜੀ ਹਾਲਤ ਵਿੱਚ ਮਿਲੀ। ਉਸ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਦੱਸਣਾ ਬਣਦਾ ਕਿ ਬੀਤੇ ਕੁਝ ਸਮੇਂ ਤੋਂ ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਗੋਲੀਬਾਰੀ ਦੀ ਘਟਨਾ ਵਾਪਰਦੀ ਹੈ, ਉਹਦੇ ਤੋਂ ਬਾਅਦ ਜਿਸ ਕਾਰ ਦੇ ਰਾਹੀਂ ਉਸ ਦੁਰਘਟਨਾ ਨੂੰ ਅੰਜਾਮ ਦਿੱਤਾ ਗਿਆ ਹੁੰਦਾ ਹੈ ਤਾਂ ਦੋਸ਼ੀ ਉਸ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਨੇ ਤਾਂ ਕਿ ਬਹੁਤ ਸਾਰੇ ਸਬੂਤ ਤਬਾਹ ਹੋ ਜਾਣ, ਨਸ਼ਟ ਹੋ ਜਾਣ। ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਨੇ ਆਖਿਆ ਕਿ ਮਸ਼ਕੂਕ ਜਾਂ ਮਸ਼ਕੂਕਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਣ ਵਾਸਤੇ ਕਿਸੇ ਹੋਰ ਵਿਅਕਤੀ ਅਤੇ ਹੋਰ ਗੱਡੀ ਦਾ ਸਹਾਰਾ ਜ਼ਰੂਰ ਲਿਆ। ਜਿਸ ਵਕਤ ਇਹ ਗੋਲੀਬਾਰੀ ਕੀਤੀ ਗਈ, ਖਬਰ ਮਿਲੀ ਸੀ ਕਿ 3 ਗੋਲੀਆਂ ਚੱਲੀਆਂ ਨੇ ਅਤੇ ਜਿਹੜੇ ਵਿਅਕਤੀ ਇਹ ਗੋਲੀਬਾਰੀ ਕਰਨ ਵਾਸਤੇ ਆਏ ਉਹਨਾਂ ਨੇ ਨਕਾਬ ਆਪਣੇ ਮੁੱਖ ਤੇ ਪਾਏ ਹੋਏ ਸੀ। ਮਾਮਲੇ ਦਾ ਜ਼ਿੰਮਾ, ਮਾਮਲੇ ਦੀ ਜਾਂਚ ਆਈ ਹਿੱਟ ਇੰਟੈਗ੍ਰੇਟਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ। ਦੱਸਣਾ ਬਣਦਾ ਕਿ 23 ਜੂਨ 1985 ਨੂੰ ਜਿਨ੍ਹਾਂ ਵਿੱਚ 200 ਕੈਨੇਡੀਅਨ ਸਨ, ਜਿਨ੍ਹਾਂ ਵਿੱਚ 86 ਬੱਚੇ ਵੀ ਸਨ, 에ਅਰ ਇੰਡੀਆ ਦੀ ਫਲਾਈਟ ਨੰਬਰ 182 ਬੰਬ ਨਾਲ ਉਡਾ ਦਿੱਤੀ ਗਈ ਸੀ ਤੇ ਇਹ ਸਾਰੇ ਲੋਕ ਮਾਰੇ ਗਏ ਸੀ ਅਤੇ ਉਹ ਉਡਾਨ ਟੋਰਾਂਟੋ ਤੋਂ ਲੰਡਨ ਜਾ ਰਹੀ ਸੀ। ਆਇਰਲੈਂਡ ਦੇ ਨੇੜੇ ਇਹ ਅੱਧ ਅਸਮਾਨੇ ਜਹਾਜ਼ ਦੇ ਵਿੱਚ ਧਮਾਕਾ ਹੋ ਗਿਆ ਸੀ ਅਤੇ ਸਾਰੇ ਦੇ ਸਾਰੇ 329 ਮੁਸਾਫਰਾਂ ਦੀ ਉਹਦੇ ਵਿੱਚ ਮੌਤ ਹੋ ਗਈ ਸੀ। ਤੇ ਬਾਅਦ ਦੇ ਵਿੱਚ ਜਾਂਚ ਪੜਤਾਲ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਉਹ ਸਾਜ਼ਿਸ਼ ਕੈਨੇਡਾ ਦੀ ਧਰਤ ਤੇ ਰਚੀ ਗਈ ਸੀ ਤੇ ਇਸ ਬੰਬ ਧਮਾਕੇ ਦੇ ਸਬੰਧ ਦੇ ਵਿੱਚ ਇੰਦਰਜੀਤ ਸਿੰਘ ਰਿਆਤ ਇੱਕੋ ਇੱਕ ਜਿਸ ਤਰ੍ਹਾਂ ਦਾ ਵਿਅਕਤੀ ਹੈ ਜਿਸ ਨੂੰ ਦੋਸ਼ੀ ਗਰਦਾਨਿਆ ਗਿਆ ਹੋਵੇ। ਦੱਸਣਾ ਬਣਦਾ ਕਿ ਕੈਨੇਡਾ ਦੇ ਵਿੱਚ ਇਹ ਜਾਂਚ ਪੜਤਾਲ ਲੰਬਾ ਸਮਾਂ ਚੱਲਦੀ ਰਹੀ। ਰਪਦੋਮਨ ਸਿੰਘ ਮਲਕ ਨੂੰ ਇਸ ਕੇਸ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ, ਪਰ ਬਾਅਦ ਦੇ ਵਿੱਚ ਅਦਾਲਤੀ ਕਾਰਵਾਈ ਦੇ ਦੌਰਾਨ ਉਹ ਬਰੀ ਕਰ ਦਿੱਤੇ ਗਏ ਸਨ। ਤੇ ਹੁਣ ਜੇਕਰ ਉਹਨਾਂ ਦੀ ਜੀਵਨ ਦੇ ਉੱਤੇ ਸੰਖੇਪ ਦੀ ਝਾਤ ਮਾਰੀਏ ਤਾਂ ਉਹਨਾਂ ਨੇ ਇੱਥੇ ਆ ਕੇ ਬਿਜ਼ਨਸ ਕੀਤਾ, ਕੱਪੜੇ ਦਾ ਬਿਜ਼ਨਸ ਕੀਤਾ
ਅਤੇ ਇਹਦੇ ਨਾਲ ਜਿਹੜਾ ਜ਼ਿਕਰਯੋਗ ਕੰਮ ਹੈ ਉਹਨਾਂ ਦਾ ਉਹ ਇਹ ਹੈ ਕਿ ਕੈਨੇਡਾ ਦੇ ਵਿੱਚ ਖਾਲਸਾ ਕ੍ਰੈਡਿਟ ਯੂਨੀਅਨ ਆਪਣੇ ਨਾਮ ਤੇ ਨਹੀਂ, ਖਾਲਸਾ ਕ੍ਰੈਡਿਟ ਯੂਨੀਅਨ ਦੀਆਂ ਅੱਜ ਵੀ ਕਈ ਬ੍ਰਾਂਚਸ ਸਫਲਤਾਪੂਰਵਕ ਚੱਲ ਰਹੀਆਂ ਨੇ, ਉਹਦੇ ਉਹ ਬਾਨੀ ਸਨ। ਇਹਦੇ ਨਾਲ 4 ਖਾਲਸਾ ਸਕੂਲ ਚੱਲ ਰਹੇ ਨੇ, ਵੈਨਕੂਵਰ 'ਚ ਵੀ ਹੈ, ਸਰੀ ਤੇ ਇਸ ਇਲਾਕੇ ਦੇ ਵਿੱਚ ਚੱਲ ਰਹੇ ਨੇ। ਇਹ ਚਾਰੇ ਸਕੂਲ ਵੀ ਸਫਲਤਾਪੂਰਵਕ ਚੱਲ ਰਹੇ ਨੇ ਤੇ ਹੁਣ ਇੱਕ ਖਾਲਸਾ ਕਾਲਜ ਦੀ ਸਥਾਪਨਾ ਵੀ ਕੀਤੀ ਜਾ ਰਹੀ ਸੀ ਅਤੇ ਇਹ ਖਾਲਸਾ ਕਾਲਜ ਲੈਂਗਲੀ ਦੇ ਵਿੱਚ ਸਥਾਪਿਤ ਕੀਤਾ ਜਾ ਰਿਹਾ ਸੀ ਅਤੇ ਰੁਪਦਮਨ ਸਿੰਘ ਮਲਕ ਦੇ ਵੱਲੋਂ ਕੁਝ ਏਕੜ ਜ਼ਮੀਨ ਖਰੀਦ ਕੇ ਉੱਥੇ ਖਾਲਸਾ ਕੈਂਪਿੰਗ ਕੀਤੀ ਜਾਂਦੀ ਹੈ, ਜਿੱਥੇ ਬੱਚੇ ਜਾ ਕੇ ਕੈਂਪਿੰਗ ਕਰਦੇ ਸਨ ਅਤੇ ਜਿਹੜੇ ਸਕੂਲ, ਜਿਹੜੇ ਵਿਦਿਅਕ ਅਦਾਰੇ ਚੱਲ ਰਹੇ ਨੇ, ਉੱਥੇ ਇੱਥੋਂ ਦਾ ਜਿਹੜਾ ਕੈਰੀਕੁਲਮ ਹੈ ਉਹ ਤਾਂ ਪੜ੍ਹਾਇਆ ਹੀ ਜਾਂਦਾ ਹੈ ਅਤੇ ਉਹਦੇ ਨਾਲ ਪੰਜਾਬੀ, ਉਹਦੇ ਨਾਲ ਗੁਰਮਤਿ ਵਿਦਿਆ ਅਤੇ ਖਾਲਸੇ ਦੇ ਜਾਹੋ ਜਲਾਲ ਦੀਆਂ ਗੱਤਕਾ ਵਰਗੀਆਂ ਮਾਰਸ਼ਲ ਗਤੀਵਿਧੀਆਂ ਵਿੱਚ ਵੀ ਉਹਨਾਂ ਨੂੰ ਨਿਪੁੰਨ ਅਤੇ ਮਾਹਰ ਬਣਾਇਆ ਜਾਂਦਾ ਹੈ। ਕੁਝ ਕੁ ਸਮਾਂ ਪਹਿਲਾਂ ਵੀ ਉਹਨਾਂ ਦੇ ਨਾਲ ਇੱਕ ਹੋਰ ਵਿਵਾਦ ਜੁੜਿਆ ਸੀ ਕਿ ਉਹਨਾਂ ਨੇ ਇੱਕ ਛਾਪਾਖਾਨਾ ਲਾ ਲਿਆ, ਪਰ ਉਹ ਕਹਿੰਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਨੂੰ ਹਾਂ ਕੀਤੀ ਗਈ ਸੀ। ਉਹਨਾਂ ਨੇ ਸਵਾਲ ਖੜਾ ਕੀਤਾ ਸੀ, ਮੈਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ। ਉਹ ਕਹਿੰਦੇ ਮੇਰਾ ਸਭ ਤੋਂ ਵੱਡਾ ਤੇ ਅਹਿਮ ਸਵਾਲ ਇਹ ਹੈ, ਇਹ ਦੱਸਣਾ ਕਿ ਜਿਸ ਚੀਜ਼ ਤੋਂ ਅਸੀਂ ਛਾਪਣ ਲੱਗੇ ਹਾਂ ਤੇ ਸਾਨੂੰ ਉਹ ਛਾਪਾਖਾਨਾ ਦਿੱਤਾ ਕੀ ਨਹੀਂ ਹੈ। ਪਰ ਬਾਅਦ ਵਿੱਚ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅੱਗੇ ਸਿਰ ਝੁਕਾਉਂਦੇ ਉਹ ਛਾਪਾਖਾਨਾ ਅਤੇ ਜਿੰਨੇ ਮਹਾਰਾਜ ਦੇ ਸਰੂਪ ਛਾਪੇ ਗਏ ਸਨ ਗੁਰਦੁਆਰਾ ਸਾਹਿਬ ਸਰੀ ਦੇ ਵਿੱਚ ਪੁੱਜਦੇ ਕਰ ਦਿੱਤੇ ਗਏ ਸਨ। ਪਰ ਉਹ ਅਖੀਰ ਤੱਕ ਇਹ ਕਹਿੰਦੇ ਰਹੇ ਕਿ ਸਿੱਖਾਂ ਦੀ ਚਿਰੋਕਣੀ ਮੰਗ ਹੈ, ਅਸੀਂ ਉੱਥੋਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਆਉਂਦੇ ਰਸਤੇ ਵਿੱਚ ਉਹਦੀ ਮਰਿਆਦਾ ਰੱਖੀ ਨਹੀਂ ਜਾਂਦੀ। ਇਸ ਕਰਕੇ ਉਹ ਕਹਿੰਦੇ ਭਾਵੇਂ ਕਿਸੇ ਵੀ ਸਿੱਖ ਜਾਂ ਕਿਸੇ ਵੀ ਅਦਾਰੇ ਨੂੰ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਕੋਈ ਪ੍ਰੈਸ ਲਾ ਦੇਵੇ, ਪਰ ਵਿਦੇਸ਼ ਦੇ ਵਿੱਚ ਘੱਟੋ ਘੱਟ ਕੈਨੇਡਾ, ਅਮਰੀਕਾ ਦੇ ਵਿੱਚ ਕੋਈ ਇੱਕ ਪ੍ਰੈਸ ਜ਼ਰੂਰ ਲੱਗੇ ਜਿਸ ਤੋਂ ਗੁਰੂ ਗ੍ਰੰਥ ਸਾਹਿਬ ਛਾਪੇ ਜਾ ਸਕਣ। ਇਹ ਵਿਵਾਦ ਵੀ ਉਹਨਾਂ ਦੇ ਨਾਲ ਜੁੜਿਆ ਸੀ, ਪਰ ਆਖਰਕਾਰ ਅੱਜ ਸਾਰੇ ਵਿਵਾਦ ਖਤਮ ਹੋ ਗਏ ਜਦੋਂ ਸਰੀ ਵਿੱਚ ਅੱਜ ਸਵੇਰ ਵਕਤ ਉਹਨਾਂ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਂਚ ਜਾਰੀ ਹੈ, ਵੇਖਣਾ ਹੋਏਗਾ ਕਿ ਇਸ ਜਾਂਚ ਪੜਤਾਲ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ। ਤੇ ਅਗਲੀ ਜਿਹੜੀ ਜਾਣਕਾਰੀ ਹੈ ਉਹ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦੇ ਨਾਲ ਸੰਬੰਧਿਤ ਹੈ। ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਕਤਲ ਤੋਂ ਤੁਰੰਤ ਬਾਅਦ ਲੈ ਲਈ ਸੀ। ਹੁਣ ਜਿਹੜੀ ਜਾਣਕਾਰੀ ਕਬੂਲਨਾਮੇ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਦਾ ਗੈਂਗ ਮੂਸੇਵਾਲੇ ਦੇ ਨਾਲ ਅੰਦਰੋਂ ਅੰਦਰੀ ਰਾਜ ਚੱਲ ਰਿਹਾ ਸੀ। ਇਹਦਾ ਜਿਹੜਾ ਮੁੱਖ ਕਾਰਨ ਬਣਿਆ ਉਹ ਅਕਾਲੀ ਦਲ ਦੇ ਨੌਜਵਾਨ ਆਗੂ ਵਿੱਕੀ ਮਿੱਡੂ ਖੇੜੇ ਦਾ ਕਤਲ ਦੱਸਿਆ ਜਾ ਰਿਹਾ ਹੈ। ਪਰ ਨਾਲ ਹੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਸ਼ੱਕ ਸੀ ਕਿ ਦਰਅਸਲ ਮੂਸੇਵਾਲਾ ਦਵਿੰਦਰ ਬੰਬੀਹਾ ਗਰੁੱਪ ਦੇ ਗੁਰਗਿਆਂ ਦੇ ਕਾਫੀ ਨੇੜੇ ਹੈ। ਲਾਰੈਂਸ ਬਿਸ਼ਨੋਈ ਦੇ ਮੁਤਾਬਕ ਉਹਨਾਂ ਨੂੰ ਲੱਗਦਾ ਸੀ ਕਿ ਮੂਸੇਵਾਲਾ ਗੀਤਾਂ ਦੇ ਵਿੱਚ ਬੰਬੀਹਾ ਗਰੁੱਪ ਦੀ ਤਾਰੀਫ ਕਰਦਾ ਸੀ ਅਤੇ ਉਹਨਾਂ ਦੇ ਗਰੋਹ ਨੂੰ ਆਪਣੇ ਗੀਤਾਂ ਦੇ ਰਾਹੀਂ ਅਕਸਰ ਚੁਣੌਤੀ ਦਿੰਦਾ ਸੀ। ਪੁਲਿਸ ਜਿਹੜੀ ਪੁੱਛਗਿੱਛ ਕਰ ਰਹੀ ਆ, ਉਸ ਪੁੱਛਗਿੱਛ ਦੇ ਦੌਰਾਨ ਲਾਰੈਂਸ ਬਿਸ਼ਨੋਈ ਨੇ ਇਹ ਗੱਲ ਕਬੂਲ ਕੀਤੀ ਹੈ। ਪੁੱਛਗਿੱਛ ਦੇ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਬੰਬੀਹਾ ਗੈਂਗ ਲਗਾਤਾਰ ਪੰਜਾਬ ਦੇ ਵਿੱਚ ਕਤਲ ਦੀਆਂ ਵਾਰਦਾਤਾਂ ਕਰ ਰਿਹਾ ਸੀ। ਇਸ ਕਾਰਨ ਬਿਸ਼ਨੋਈ ਗਰੁੱਪ ਦੀ ਮਹੱਤਤਾ ਉਹਨਾਂ ਨੂੰ ਲੱਗਦਾ ਸੀ ਕਿ ਅਪਰਾਧ ਦੀ ਦੁਨੀਆ 'ਚ, ਅਪਰਾਧ ਦੇ ਜਗਤ ਵਿੱਚ ਲਗਾਤਾਰ ਘਟ ਰਹੀ ਹੈ। ਬੰਬੀਹਾ ਗਰੋਹ ਨੇ ਮੋਹਾਲੀ ਵਿੱਚ ਵਿੱਕੀ ਮਿੱਡੂ ਖੇੜੇ ਦਾ ਕਤਲ ਕੀਤਾ, ਜਲੰਧਰ ਦੇ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਕੀਤਾ, ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦਾ ਕਤਲ ਕੀਤਾ। ਲਾਰੈਂਸ ਬਿਸ਼ਨੋਈ ਦੇ ਗਰੁੱਪ ਜਾਂ ਲਾਰੈਂਸ ਬਿਸ਼ਨੋਈ ਦੇ ਦੱਸਣ ਅਨੁਸਾਰ ਉਹਨਾਂ ਨੂੰ ਲੱਗਿਆ ਕਿ ਸਾਨੂੰ ਤਾਂ ਹੁਣ ਲੋਕ ਕੋਈ ਵੱਡਾ ਗੈਂਗ ਜਾਂ ਗੈਂਗਸਟਰ ਸਾਨੂੰ ਸਮਝਦੇ ਨਹੀਂ ਹੋਣੇ। ਫਿਰ ਉਹ ਸੋਚਦੇ ਹੁੰਦੇ ਸੀ ਕਿ ਹੁਣ ਇਸ ਤਰ੍ਹਾਂ ਦਾ ਕਿਹਦਾ ਕਤਲ ਕੀਤਾ ਜਾਵੇ ਜਿਹੜਾ ਅਪਰਾਧ ਦੀ ਦੁਨੀਆ ਦੇ ਵਿੱਚ, ਅਪਰਾਧ ਜਗਤ ਦੇ ਵਿੱਚ ਉਹਨਾਂ ਦੀ ਮਹੱਤਤਾ ਵਧੇ। ਤੇ ਫਿਰ ਉਧਰ ਵਿੱਕੀ ਮਿੱਡੂ ਖੇੜੇ ਦਾ ਕਤਲ ਹੁੰਦਾ ਹੈ। ਕਤਲ ਦੇ ਨਾਲ ਵਿੰਗੇ ਟੇਢੇ ਢੰਗ ਦੇ ਨਾਲ ਸ਼ਗਨਪ੍ਰੀਤ ਅਤੇ ਮੂਸੇਵਾਲਾ ਦੀਆਂ ਉਹਨਾਂ ਨੇ ਤਾਰਾਂ ਜੋੜੀਆਂ ਅਤੇ ਫਿਰ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੀ ਉਹਨਾਂ ਨੇ ਇੱਕ ਯੋਜਨਾ ਉਲੀਕ ਲਈ, ਜਿਸ ਦੀ ਵਿਸਥਾਰਤ ਜਾਣਕਾਰੀ ਮੈਂ ਕੱਲ੍ਹ ਦੇ ਪ੍ਰੋਗਰਾਮ ਦੌਰਾਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਦਰਅਸਲ ਆਪਣੀ ਮਹੱਤਤਾ ਵਧਾਉਣ ਲਈ ਕਤਲ ਕਰ ਦਿੱਤਾ, ਗੈਂਗਸਟਰਾਂ ਦੀ ਆਪਸੀ ਰੰਜਿਸ਼ ਵਿੱਚ ਸਿੱਧੂ ਮੂਸੇਵਾਲਾ ਮਾਰ ਦਿੱਤਾ। ਪਰ ਇਹ ਕਿਤੇ ਨਾ ਕਿਤੇ ਦਾ ਕਬੂਲਨਾਮਾ ਕਾਫੀ ਅਹਿਮੀਅਤ ਰੱਖਦਾ ਤੇ ਵੱਡਾ ਕਬੂਲਨਾਮਾ ਹੈ। ਤੇ ਅਗਲੀ ਗੱਲ, ਜਿਸ ਦਿਨ ਤੋਂ ਪੰਜਾਬ ਦੇ ਡੀਜੀਪੀ ਬਦਲੇ ਹੈ, ਉਹਨਾਂ ਨੇ ਆਖਿਆ ਕਿ ਅਸੀਂ ਨਸ਼ਿਆਂ ਦਾ ਅਤੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚੋਂ ਖਾਤਮਾ ਕਰਨਾ ਚਾਹੁੰਦੇ ਹਾਂ। ਕੱਲ੍ਹ ਜਦੋਂ ਦਰਬਾਰ ਸਾਹਿਬ ਨਤਮਸਤਕ ਹੋਣ ਗਏ ਸੀ, ਉੱਥੇ ਵੀ ਉਹਨਾਂ ਨੇ ਇਸ ਗੱਲ ਦਾ ਉਚੇਚੇ ਤੌਰ ਤੇ ਖੁਲਾਸਾ ਕੀਤਾ ਸੀ। ਫਿਰ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਵੀ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ। ਉਹਨਾਂ ਨੇ ਦਾਅਵਾ ਕੀਤਾ ਸੀ ਕਿ ਜਾਂਚ ਬਹੁਤ ਬਰੀਕੀ ਨਾਲ ਕੀਤੀ ਜਾ ਰਹੀ ਹੈ, ਪਰਿਵਾਰ ਨੂੰ ਇਨਸਾਫ ਦਿਵਾ ਕੇ ਰਹਾਂਗੇ। ਤੇ ਹੁਣ ਜਿਹੜੀਆਂ ਨਵੀਆਂ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ
कि गैंगस्टर लॉरेंस बिश्नोई ਅਤੇ हरविंदर रिंदा ਦੇ ਨਾਲ ਸੰਬੰਧਿਤ अंतरराजी गिरोह ਦਾ पर्दाफाश ਹੋਇਆ ਹੈ ਅਤੇ ਥੋੜੇ ਦਿਨਾਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਇਸ ਗੈਂਗ ਦੇ 9 ਸ਼ਾਰਪ ਸ਼ੂਟਰਾਂ ਸਮੇਤ 13 ਸਾਥੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਜਾਣਕਾਰੀ ਇੰਸਪੈਕਟਰ ਜਨਰਲ ਆਫ ਪੁਲਿਸ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਖੁਦ ਦਿੱਤੀ ਹੈ। ਜਲੰਧਰ ਦਿਹਾਤੀ ਪੁਲਿਸ ਨੇ ਵਿਸ਼ੇਸ਼ ਟੀਮਾਂ ਦੀ ਅਗਵਾਈ 2 ਹਫ਼ਤਿਆਂ ਤੱਕ ਕੀਤੀ ਅਤੇ 2 ਹਫ਼ਤਿਆਂ ਤੱਕ ਚੱਲੇ ਇਸ ਆਪਰੇਸ਼ਨ ਦੇ ਉਪਰੰਤ ਇਹਨਾਂ ਨੂੰ ਕੁਝ ਇੱਕ ਲੋਕ ਜਿਹੜੇ ਗੈਂਗਸਟਰ ਸਨ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਮਿਲ ਗਈ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਵੀ ਦੱਸੀ ਗਈ ਹੈ ਕਿ ਤਰਨਤਾਰਨ ਤੋਂ ਅਵਤਾਰ ਉਰਫ ਮੰਗਲ, ਜੋਬਨਪ੍ਰੀਤ, ਆਕਾਸ਼ਦੀਪ, ਹਰਪ੍ਰੀਤ ਕਾਕਾ, ਅਰਸ਼ਦੀਪ, ਲਵਜੀਤ ਅਤੇ ਰੇਸ਼ਮ ਉਰਫ ਬਾਊ, ਫਿਰੋਜ਼ਪੁਰ ਤੋਂ ਗੁਰਪ੍ਰੀਤ ਉਰਫ ਘੁੰਮਾ ਸ਼ੂਟਰ, ਬੌਬੀ ਉਰਫ ਬਾਬਾ, ਸੋਨੂ ਉਰਫ ਪੁਲਾ, ਜਲੰਧਰ ਤੋਂ ਗੁਰਪ੍ਰੀਤ ਉਰਫ ਗੋਪੀ ਅਤੇ ਹਰਮਨ ਕਲਸੀ, ਕਪੂਰਥਲਾ ਤੋਂ ਬਲਵਿੰਦਰ ਉਰਫ ਬਿੱਲਾ ਇਹ ਪੁਲਿਸ ਨੇ ਗ੍ਰਿਫਤਾਰ ਕੀਤੇ ਹੈ। ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 13 ਆਧੁਨਿਕ ਹਥਿਆਰ ਮਿਲੇ ਹੈ, 18 ਕਾਰਤੂਸ ਵੀ ਬਰਾਮਦ ਕੀਤੇ ਹੈ। ਡਾਕਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ 29 ਜੂਨ 2022 ਨੂੰ ਇਸ ਗਰੋਹ ਦੇ 11 ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਇਸ ਗਰੋਹ ਦੇ ਬਾਕੀ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਕੁਝ ਸੁਰਾਗਾਂ ਤੇ ਕੰਮ ਕਰ ਰਹੀ ਸੀ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀ ਅਪਰਾਧਕ ਪਿਛੋਕੜ ਵਾਲੇ ਹੈ ਅਤੇ ਇਹਨਾਂ ਦੇ ਖਿਲਾਫ ਜਿਹੜੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਲੁਧਿਆਣਾ, ਅੰਮ੍ਰਿਤਸਰ, ਫਿਰੋਜ਼ਪੁਰ, ਤਰਨਤਾਰਨ, ਜਲੰਧਰ, ਖੰਨਾ, ਮੋਹਾਲੀ, ਪਟਿਆਲਾ ਤੇ ਕੀ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਘਿਨੌਣੇ ਅਪਰਾਧਕ ਮਾਮਲੇ ਦਰਜ ਨੇ। ਉਹਨਾਂ ਇਹ ਵੀ ਦੱਸਿਆ ਕਿ ਇਹ ਗਰੋਹ ਬੀਤੇ 4 ਸਾਲਾਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਰਗਰਮ ਸੀ ਅਤੇ ਗ੍ਰਿਫਤਾਰ ਕੀਤੇ ਗਏ ਅਪਰਾਧੀ ਕਤਲ, ਹਥਿਆਰਬੰਦ ਡਕੈਤੀ, ਸੰਗਠਿਤ ਫਰੌਤੀ ਅਤੇ ਹਾਈਵੇ ਡਕੈਤੀ ਸਮੇਤ ਕਈ ਹੋਰ ਅਪਰਾਧਾਂ ਦੇ ਵਿੱਚ ਸ਼ਾਮਲ ਸਨ। ਡਾਕਟਰ ਗਿੱਲ ਨੇ ਇਹ ਵੀ ਦੱਸਿਆ ਕਿ ਇਸ ਗਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਘੱਟੋ ਘੱਟ 5 ਕਤਲਾਂ ਅਤੇ 7 ਹਥਿਆਰਬੰਦ ਡਕੈਤੀਆਂ ਨੂੰ ਨਾਕਾਮ ਕਰ ਦਿੱਤਾ ਹੈ। ਐਸਐਸਪੀ ਜਲੰਧਰ ਦਿਹਾਤੀ ਸਤਪਨ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਅਨੁਸਾਰ ਇਸ ਗਰੋਹ ਨੂੰ ਘੁੰਮਾ ਅਤੇ ਗੋਪੀ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਅਤੇ ਇਹ ਦੋਵੇਂ ਮਾਰਕਸ ਉਰਫ ਮੱਸਾ ਦੇ ਸਾਥੀ ਹੈ ਜੋ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ਤੇ ਕੰਮ ਕਰਦੇ ਸਨ। ਫਿਰੋਜ਼ਪੁਰ ਦਾ ਵਾਸੀ ਮੱਸਾ 18 ਅਪਰਾਧਕ ਕੇਸਾਂ ਦੇ ਕਾਰਨ ਜੇਲ੍ਹ ਦੇ ਵਿੱਚ ਬੰਦ ਹੈ। ਫੜੇ ਗਏ ਵਿਅਕਤੀਆਂ ਦੇ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਗੁਰਪ੍ਰੀਤ ਅਤੇ ਜੋਬਨਪ੍ਰੀਤ ਵਿਰੁੱਧ 7 ਅਪਰਾਧਕ ਮੁਕੱਦਮੇ ਦਰਜ ਨੇ। ਬੰਬੀਹਾ ਪਿੰਦਾ ਦਾ ਗਰੋਹ ਉਹਦੇ 3 ਮੈਂਬਰਾਂ ਦਾ ਕਤਲ ਕਰਨ ਦੀ ਇਹ ਯੋਜਨਾ ਬਣਾ ਰਹੇ ਸੀ। ਉਹਨਾਂ ਇਹ ਵੀ ਦੱਸਿਆ ਕਿ ਇਸ ਸੰਬੰਧ ਵਿੱਚ ਰੇਕੀ ਵੀ ਕੀਤੀ ਜਾ ਚੁੱਕੀ ਸੀ ਅਤੇ ਮੱਧ ਪ੍ਰਦੇਸ਼ ਤੋਂ ਹਥਿਆਰ ਸਪਲਾਇਰ ਤੋਂ ਹਥਿਆਰ ਵੀ ਮੰਗਵਾਏ ਗਏ ਸਨ। ਉਹਨਾਂ ਇਹ ਵੀ ਦੱਸਿਆ ਕਿ ਰੇਸ਼ਮ ਉਰਫ ਬਾਊ ਅਤੇ ਗੁਰਪ੍ਰੀਤ ਉਰਫ ਘੁੰਮਾ ਸ਼ੂਟਰ ਜਿਨ੍ਹਾਂ ਖਿਲਾਫ ਵੀ 7 ਅਪਰਾਧਕ ਮਾਮਲੇ ਦਰਜ ਨੇ ਆਪਣੇ ਕੱਟੜ ਵਿਰੋਧੀ ਬੰਬੀਹਾ ਗੌਂਡਰ ਗੈਂਗ ਦੇ 2 ਵਿਅਕਤੀਆਂ ਦਾ ਕਤਲ ਕਰਨ ਦੀ ਯੋਜਨਾ ਵੀ ਉਲੀਕ ਰਹੇ ਸੀ। ਦੱਸਣਾ ਬਣਦਾ ਕਿ ਪੁਲਿਸ ਹੁਣ ਉਹਨਾਂ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਫੜਨ ਲਈ ਕੰਮ ਕਰ ਰਹੀ ਹੈ ਜਿਨ੍ਹਾਂ ਨੇ ਮੁਲਜ਼ਮਾਂ ਨੂੰ ਪਨਾਹ ਦਿੱਤੀ, ਵਿੱਤੀ ਸਹਾਇਤਾ ਕੀਤੀ, ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ। ਇਹਦੇ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੇ ਸਪਲਾਇਰਾਂ ਦੇ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਵੀ ਨੇ ਕਿ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਗ੍ਰਿਫਤਾਰੀਆਂ ਹੋ ਗਈਆਂ, ਇਹਨਾਂ ਤੋਂ ਪੁੱਛ ਪੜਤਾਲ ਤੋਂ ਬਾਅਦ ਕੁਝ ਹੋਰ ਲੋਕਾਂ ਦੇ ਗ੍ਰਿਫਤਾਰ ਕੀਤੇ ਜਾਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਨੇ। ਵੇਖਦੇ ਹਾਂ ਕਿ ਡੀਜੀਪੀ ਸਾਹਿਬ ਜਿਹੜੇ ਦਾਅਵੇ ਕਰ ਰਹੇ ਆ ਕਿ ਪੰਜਾਬ ਦੇ ਵਿੱਚੋਂ ਨਾਮੋ ਨਿਸ਼ਾਨ ਮਿਟਾ ਦੇਵਾਂਗੇ ਜਿਹੜੇ ਗੈਂਗਸਟਰ ਨੇ। ਉਹਨਾਂ ਨੇ ਇਹ ਵੀ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਨਸ਼ਾ ਤਸਕਰ ਨੇ ਅਤੇ ਗੈਂਗਸਟਰ ਨੇ ਉਹਨਾਂ ਨੂੰ ਨੱਥ ਪਾਈ ਜਾਵੇ। ਜਿਸ ਤਰੀਕੇ ਨਾਲ ਕਦਮ ਪੁਲਿਸ ਅੱਗੇ ਵਧਾ ਰਹੀ ਹੈ, ਆਸਾਂ ਬਹੁਤ ਨੇ, ਵੇਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਹੁੰਦਾ ਕੀ ਹੈ। ਪਰ ਦੂਸਰੇ ਪਾਸੇ ਵਿਜੀਲੈਂਸ ਨੇ ਵੀ ਕਾਂਗਰਸੀਆਂ ਤੇ ਅਕਾਲੀਆਂ ਦੀ ਨੀਂਦ ਉਡਾ ਦਿੱਤੀ ਹੈ। ਪੰਜਾਬ ਦੇ ਵਿੱਚ ਵਿਰੋਧੀ ਤਰ੍ਹਾਂ ਇਸ ਵਕਤ ਕਾਫੀ ਡਰੀਆਂ ਹੋਈਆਂ ਨੇ ਕਿਉਂਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ 30 ਦਰਜਨ ਤੋਂ ਵੱਧ ਵਿਭਾਗਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਕਾਰਨ ਅਕਾਲੀਆਂ ਦੀ ਵੀ ਅਤੇ ਕੁਝ ਕਾਂਗਰਸੀਆਂ ਦੀ ਨੀਂਦ ਵੀ ਉੱਡੀ ਹੈ। ਇਹਨਾਂ ਵਿੱਚ ਕਾਂਗਰਸ ਦੇ ਦਰਜਨ ਦੇ ਕਰੀਬ ਆਗੂ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ 5 ਸਾਬਕਾ ਮੰਤਰੀ ਦੱਸੇ ਜਾ ਰਹੇ ਨੇ। ਹੁਣ ਗੈਸ ਕਰ ਲਿਓ, ਲਿਖ ਦਿਓ ਹੇਠਾਂ ਕਿ 5 ਸਾਬਕਾ ਮੰਤਰੀ ਕਿਹੜੇ ਨੇ। ਆਉਣ ਵਾਲੇ ਦਿਨਾਂ 'ਚ ਆਪਾਂ ਨਾਂ ਦਾ ਖੁਲਾਸਾ ਵੀ ਕਰਾਂਗੇ। ਇਹਨਾਂ 'ਚ 5 ਸਾਬਕਾ ਮੰਤਰੀ ਅਤੇ ਇਹਨਾਂ ਦੀ ਕਾਰਵਾਈ ਇਹਨਾਂ ਦੇ ਖਿਲਾਫ ਕਿਹੜੀ ਹੋਣੀ ਹੈ, ਇਸ ਕਰਕੇ ਡਰੇ ਤਾਂ ਹੋਏ ਨੇ ਕਿ ਕਿਤੇ ਸਖਤ ਕਾਰਵਾਈ ਨਾ ਹੋਏ, ਪਰ ਕਾਰਵਾਈ ਦੀ ਤਲਵਾਰ ਜ਼ਰੂਰ ਟੱਕੀ ਹੈ। ਵਿਜੀਲੈਂਸ ਦੇ ਵੱਲੋਂ ਜਾਂਚ ਵਿੱਚ ਤੇਜ਼ੀ ਲਿਆਉਣ ਲਈ AIG,
SSP ਅਤੇ DSP ਪੱਧਰ ਦੇ ਅਫਸਰਾਂ ਦੀਆਂ ਤਾਜ਼ਾ ਤੈਨਾਤੀਆਂ ਕਰ ਦਿੱਤੀਆਂ ਗਈਆਂ ਨੇ ਅਤੇ ਕਾਂਗਰਸ ਸਰਕਾਰ ਦੇ ਵੱਲੋਂ ਵਿਜੀਲੈਂਸ ਦੇ ਵਿੱਚ ਜਿਹੜੇ ਕੁਝ ਪੁਲਿਸ ਅਫਸਰ ਨਿਯੁਕਤ ਕੀਤੇ ਗਏ ਸੀ ਉਹਨਾਂ ਬਹੁਤਿਆਂ ਨੂੰ ਵਿਜੀਲੈਂਸ ਦੇ ਵਿੱਚੋਂ ਤਬਦੀਲ ਕਰਕੇ ਪੰਜਾਬ ਪੁਲਿਸ ਦੇ ਵਿੱਚ ਵਾਪਸ ਭੇਜ ਦਿੱਤਾ ਗਿਆ ਤੇ ਉੱਥੇ ਨਵੀਆਂ ਤੈਨਾਤੀਆਂ ਕਰ ਦਿੱਤੀਆਂ ਗਈਆਂ ਨੇ। ਵਿਜੀਲੈਂਸ ਦੇ ਵੱਲੋਂ ਹੁਣ ਤੱਕ ਕਾਂਗਰਸ ਦੇ ਇੱਕ ਸਾਬਕਾ ਮੰਤਰੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਜਦਕਿ ਇੱਕ ਮੰਤਰੀ ਦੇ ਖਿਲਾਫ ਕੇਸ ਦਰਜ ਹੋ ਚੁੱਕਿਆ ਹੈ। ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਦਲਜੀਤ ਸਿੰਘ ਗਿਲਜੀਆਂ ਅਤੇ ਕਾਂਗਰਸ ਸਰਕਾਰ ਦੇ ਸਮੇਂ ਹੀ ਸੀਵਰੇਜ ਬੋਰਡ ਦੇ ਜਿਹੜੇ ਮੁੱਖ ਕਾਰਜਕਾਰੀ ਅਧਿਕਾਰੀ IAS ਸੰਜੇ ਪੋਪਲੀ ਉਹ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹੈ। ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਹਨਾਂ ਨੂੰ ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਵਿਜੀਲੈਂਸ ਦੇ ਵੱਲੋਂ ਇਸ ਵੇਲੇ ਕਈ ਵਿਭਾਗਾਂ ਦੇ ਵਿੱਚ ਬੇਨਿਯਮੀਆਂ ਸੰਬੰਧੀ ਤੱਥ ਇਕੱਤਰ ਕੀਤੇ ਜਾ ਰਹੇ ਹੈ। ਜਾਣਕਾਰੀ ਦੇ ਅਨੁਸਾਰ ਕਾਂਗਰਸ ਦੇ 4 ਮੰਤਰੀ ਉਹਨਾਂ ਸੰਬੰਧੀ ਰਿਕਾਰਡ ਵਿਜੀਲੈਂਸ ਨੇ ਹਾਸਲ ਕਰ ਲਿਆ ਅਤੇ ਇਹਨਾਂ ਮੰਤਰੀਆਂ ਤੋਂ ਪੁੱਛਗਿੱਛ ਦੇ ਵਾਸਤੇ ਕਿ ਕਦੋਂ ਪੁੱਛਗਿੱਛ ਕੀਤੀ ਜਾਵੇ ਸਿਰਫ ਮੁੱਖ ਮੰਤਰੀ ਦੇ ਵੱਲੋਂ ਇਸ਼ਾਰੇ ਦੀ ਉਡੀਕ ਹੈ ਕਿ ਮੁੱਖ ਮੰਤਰੀ ਸਾਹਿਬ ਇਸ਼ਾਰਾ ਕਰਨ, ਗ੍ਰੀਨ ਸਿਗਨਲ ਕਰਨ ਤੇ ਅਸੀਂ ਕਾਰਵਾਈ ਪਾ ਦਈਏ। ਇਹਦੇ ਨਾਲ ਹੀ ਮੁੱਖ ਮੰਤਰੀ ਦੇ ਵੱਲੋਂ ਵਜ਼ੀਫਾ ਘੁਟਾਲੇ ਦੀ ਜਾਂਚ ਦੇ ਐਲਾਨ ਤੇ ਵੀ ਕਾਂਗਰਸ ਦੇ ਅਕਾਲੀ ਆਗੂ ਡਰੇ ਹੋਏ ਦੱਸੇ ਜਾ ਰਹੇ ਨੇ। ਇਸੇ ਤਰ੍ਹਾਂ ਇਕੱਲੇ ਕਾਂਗਰਸ ਹੀ ਨਹੀਂ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਜਿਹੜੀ ਗੱਠਜੋੜ ਸਰਕਾਰ ਸੀ ਉਸ ਸਰਕਾਰ ਦੇ ਦੌਰਾਨ ਮੰਤਰੀ ਦੇ ਅਹੁਦਿਆਂ ਤੇ ਰਹੇ 2 ਅਕਾਲੀ ਆਗੂ 3 IAS ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਵੀ ਚਰਚਾ ਸ਼ੁਰੂ ਹੋ ਗਈ ਹੈ। ਇੱਥੇ ਵੀ ਵਿਜੀਲੈਂਸ ਦੇ ਅਧਿਕਾਰੀ ਦੱਸ ਰਹੇ ਨੇ ਕਿ ਮੁੱਖ ਮੰਤਰੀ ਦੇ ਵੱਲੋਂ ਅਸੀਂ ਹਰੀ ਝੰਡੀ ਦੀ ਉਡੀਕ ਕਰ ਰਹੇ ਹਾਂ। ਮਿਲੀ ਜਾਣਕਾਰੀ ਦੇ ਅਨੁਸਾਰ ਸੀਵਰੇਜ ਬੋਰਡ ਅਤੇ ਲੁਧਿਆਣਾ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟਾਂ ਵਿਚਲੀ ਕਾਂਗਰਸ ਸਰਕਾਰ ਵੇਲੇ ਜਿਹੜੀਆਂ ਬੇਨਿਯਮੀਆਂ ਹੋਈਆਂ ਨੇ, ਕਾਂਗਰਸੀ ਦੇ ਜਿਹੜੇ ਕੁਝ ਆਗੂ ਨੇ ਉਹਨਾਂ ਦੇ ਹੱਥ ਹੋਣ ਦੇ ਤੱਥ ਸਾਹਮਣੇ ਆ ਰਹੇ ਨੇ। ਟਰਾਂਸਪੋਰਟ ਵਿਭਾਗ ਵੱਲ ਵੀ ਇਸ ਵਕਤ ਝਾਤ ਲਾਈ ਜਾ ਰਹੀ ਹੈ। ਜਦੋਂ ਟਰਾਂਸਪੋਰਟ ਮੰਤਰਾਲੇ ਦੇ ਵਿੱਚ ਵੱਡਾ ਘਪਲਾ ਹੋਇਆ, ਬੱਸਾਂ ਦੀਆਂ ਬਾਡੀਜ਼ ਰਾਜਸਥਾਨ ਤੋਂ ਲਗਵਾਈਆਂ ਗਈਆਂ, ਇਸ ਮਸਲੇ ਦੇ ਵਿੱਚ ਵੀ ਵਿਜੀਲੈਂਸ ਨੂੰ ਸ਼ਿਕਾਇਤ ਦੇ ਆਧਾਰ ਤੇ ਜਾਣਕਾਰੀ ਇਕੱਤਰ ਕਰਨ ਦੀ ਝੰਡੀ ਦਿੱਤੀ ਗਈ ਸੀ ਤੇ ਦੱਸਿਆ ਜਾ ਰਿਹਾ ਕਿ ਟਰਾਂਸਪੋਰਟ ਵਿਭਾਗ ਦੇ ਵਿੱਚ ਕਾਂਗਰਸ ਸਰਕਾਰ ਦੇ ਵਕਤ ਜਿਹੜੀਆਂ ਬੇਨਿਯਮੀਆਂ ਹੋਈਆਂ ਉਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉੱਥੇ ਹੀ ਸੱਤਾਧਾਰੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸੀ ਆਗੂਆਂ ਦੇ ਖਿਲਾਫ ਇਕੱਠੀ ਕਾਰਵਾਈ ਕਰਨ ਦੀ ਥਾਂ ਤੇ ਇਕੱਲੇ ਵਿਭਾਗ ਦੀ ਜਾਂਚ ਤੋਂ ਬਾਅਦ ਇਹ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾਣਗੀਆਂ। ਇਹ ਖਬਰਾਂ ਮਿਲਣ ਤੋਂ ਬਾਅਦ ਕਿ ਕਈ ਮੰਤਰਾਲਿਆਂ ਦੀ, ਕਈ ਮੰਤਰੀਆਂ ਦੀ, ਕਈ ਅਕਾਲੀ ਤੇ ਕਾਂਗਰਸੀ ਆਗੂਆਂ ਦੀ ਜਾਂਚ ਖੁੱਲ੍ਹ ਗਈ ਹੈ ਤੇ ਇਹਨਾਂ ਦੀ ਸਾਰਿਆਂ ਦੀ ਨੀਂਦ ਉੱਡ ਪੁੱਟ ਗਈ ਹੈ। ਹੁਣ ਦੇਖਣਾ ਹੋਏਗਾ ਕਿ ਜਿਨ੍ਹਾਂ ਦੇ ਨਾਵਾਂ ਦਾ ਅੰਦਰ ਖਾਤੇ ਜ਼ਿਕਰ ਹੋ ਰਿਹਾ ਹੈ, ਕਿਉਂਕਿ ਅੰਦਰ ਕਰਿੰਦੇ ਉਹਨਾਂ ਦੇ ਵੀ ਬੈਠੇ ਹੈ। ਜਿਸ ਤਰ੍ਹਾਂ ਸੰਗਤ ਸਿੰਘ ਗਿਲਜੀਆਂ ਪਹਿਲਾਂ ਹੀ ਭੱਜ ਗਿਆ, ਜਿਸ ਤਰ੍ਹਾਂ ਕਈਆਂ ਨੇ ਪਹਿਲਾਂ ਹੀ ਮਾਨਯੋਗ ਅਦਾਲਤਾਂ ਦੇ ਦਰਵਾਜ਼ੇ ਖੜਕਾਏ ਕਿ ਚੋਰ ਦੀ ਤਾੜੀ 'ਚ ਤਣਕਾ ਹੈ, ਕਿਹੜਾ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ ਹੈ ਜਾਂ ਕਦੋਂ ਇਹਨਾਂ ਦੇ ਖਿਲਾਫ ਕਾਰਵਾਈਆਂ ਹੁੰਦੀਆਂ ਨੇ। ਪਰ ਇਕੱਲੇ ਮੰਤਰੀ ਨਹੀਂ, ਹੁਣ ਤਾਂ ਸਾਬਕਾ ਮੁੱਖ ਮੰਤਰੀਆਂ ਨੂੰ ਲੈਣੇ ਦੇ ਦੇਣੇ ਪੈ ਰਹੇ ਨੇ। ਜਾਣਕਾਰੀ ਤਾਂ ਇਹ ਮਿਲ ਰਹੀ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਜਿਸ ਤਰ੍ਹਾਂ ਕਈ ਸਾਬਕਾ ਮੰਤਰੀਆਂ ਦਾ ਮੈਂ ਜ਼ਿਕਰ ਕਰ ਰਿਹਾ, ਕਈ ਵੱਡੇ ਅਧਿਕਾਰੀਆਂ ਦਾ ਜ਼ਿਕਰ ਕਰ ਰਿਹਾ, ਇਹਨਾਂ ਦੇ ਨਾਲ ਪੰਜਾਬ ਦੇ 2 ਸਾਬਕਾ ਮੁੱਖ ਮੰਤਰੀ ਜਿਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ, ਇਹ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਤੇ ਆ ਗਏ ਹੈ। ਜਾਣਕਾਰੀ ਤਾਂ ਇਹ ਮਿਲੀ ਹੈ ਕਿ ਦੋਵੇਂ ਸਾਬਕਾ ਮੁੱਖ ਮੰਤਰੀਆਂ ਦੇ ਵਿਰੁੱਧ ਵੀ ਕੁਝ ਮਾਮਲੇ ਨੇ ਜਿਨ੍ਹਾਂ ਨੂੰ ਲੈ ਕੇ ਕਾਗਜ਼ ਪੱਤਰ, ਫਾਈਲਾਂ, ਉਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਖੰਗਾਲਿਆ ਜਾ ਰਿਹਾ ਸਾਰਾ ਕੁਝ ਤੇ ਇਹਨਾਂ ਦੇ ਵੀ ਤਾਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਨਾਲ ਜੋੜ ਕੇ ਕਾਰਵਾਈ ਕਰਨ ਵਾਸਤੇ ਕੋਈ ਰਾਹ ਲੱਭਿਆ ਜਾ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰ ਸਰਕਾਰ ਕੋਲ ਇੱਕ ਫਾਈਲ ਗਈ ਹੈ। ਫਾਈਲ ਕਿਹੜੀ ਹੈ? ਤੁਹਾਨੂੰ ਯਾਦ ਹੋਣਾ ਕਿ ਕੇਂਦਰ ਦੀ ਇੱਕ ਯੋਜਨਾ ਸੀ ਕਿ ਪੰਜਾਬ ਦੇ ਵਿੱਚ ਫਸਲੀ ਰਹਿੰਦ ਖੂੰਹਦ ਦੇ ਮਸਲੇ ਦੇ ਹੱਲ ਦੇ ਵਾਸਤੇ ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਕਰਵਾਈ ਜਾਏ। ਤਕਰੀਬਨ 1200 ਕਰੋੜ ਰੁਪਏ ਦੀ ਰਕਮ ਆਈ ਸੀ। ਉਹ 1200 ਕਰੋੜ ਤਕਰੀਬਨ ਹੈ ਜਿਹੜਾ ਕਿ ਉਹਦੀ ਵਰਤੋਂ ਕਿੱਥੇ ਹੋਈ, ਉਸ ਭੂਮਿਕਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਕਿ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਾਂਚ ਕਿਉਂ? ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਖੇਤੀਬਾੜੀ ਵਿਭਾਗ ਖੁਦ ਕੈਪਟਨ ਅਮਰਿੰਦਰ ਸਿੰਘ ਕੋਲ ਸੀ ਤੇ ਮਾਮਲਾ ਉਸ ਸਮੇਂ ਦਾ ਜਦੋਂ ਉਹ ਖੁਦ ਮੁੱਖ ਮੰਤਰੀ ਵੀ ਅਤੇ ਨਾਲ ਖੇਤੀਬਾੜੀ ਮੰਤਰੀ ਵੀ ਸਨ।
पंजाब सरकार केंद्र की राशि के नाल खरीदियां मशीनां की निशानदेही कर रही है कि वो मशीनां कित्थे आईयां, किहड़ी फर्म तो खरीदियां गईयां, कागज़ां 'च खरीदियां गईयां जां दरअसल भी खरीदियां गईयां, जे खरीदियां गईयां तो कित्थे गईयां। हाले तक उन्हां दा कोई थौ पता नहीं लग रहा कि खरीदियां भी ने जां नहीं। जे खरीदियां ने तो वंडियां कित्थे ने, इस बारे हाले तक कोई जानकारी नहीं मिल रही। तुहानूं शायद याद होवे ਜਦੋਂ कैप्टन अमरिंदर सिंह गद्दियों लांभे हुए चरणजीत सिंह चन्नी मुख्य मंत्री बने, चन्नी सरकार दे विच खेतीबाड़ी मंत्री बने काका रणदीप सिंह नाभा। काका रणदीप सिंह नाभा ने जदों फाइलां देखियां, क्योंकि कैप्टन अमरिंदर सिंह नाल काका रणदीप सिंह दा 36 दा अंकड़ा सी, वो विभाग काका रणदीप सिंह कोले आ गया। उन्होंने जदों पता लग्या तो उन्होंने विभाग तो पूछा कि आ भाई केंद्र वालों एक स्कीम आई सी, पैसा कित्थे गया, मशीनरी कित्थे गई। विभाग ने उन्होंने कोई लड़ सिरा ना फड़ाया। जदों गल कोई ना बनी तो उन्होंने एक चिट्ठी लिखी, फिर जिमें नरैणे ने सुच्चे सूरमे नूं लिखी सी, बस उवें चिट्ठी लिख दी। चिट्ठी लिखी काका रणदीप सिंह नाभा ने भारत के प्रधानमंत्री नरेंद्र दमोदर दास मोदी नूं, जिस तो बाद मामला प्रकाश में आ ते हुण इस मसले ने तूल फड़ लिया ते इहदी जांच पड़ताल खोल ली गई है। तो उम्मीद है कि कैप्टन अमरिंदर सिंह कसूते फसणगे, क्योंकि इस गल का तो निर्णय करना बाकी है, सिर्फ दसना ही बाकी है। क्योंकि काका रणदीप सिंह नाभा भी कहते मैनूं कुछ नहीं पता लग्या, तो पता हाले भी कुछ नहीं लग रहा। तो दूसरे पासे साबका मुख्यमंत्री चरणजीत सिंह चन्नी जिहड़े इस वक्त विदेश की धरती तुरे फिरदे है, उन्हां दे खिलाफ भी जांच खुल गई है। चरणजीत सिंह चन्नी मुख्यमंत्री हुंदे सी, उन्होंने रोपड़ के 3 विधान सभा हल्के आनंदपुर साहब, रोपड़ ते श्री चमकौर साहब दे विच सिर्फ 3 हल्के, तिन्नां दे विच धड़ा धाड़ा चोणां तो पहलां ग्रांटां वंडियां, पर ग्रांटां वंडियां कित्थे गईयां, ग्रांटां लगियां कित्थे, लाइयां कित्थे। इन्हां ग्रांटां दे विच वड्डी पद्धर ते धोखाधड़ी होण दीयां खबरां मिल रहीआं ने। सरकार शक्की नज़र नाल वेख रही है ते नाल ही चरणजीत सिंह चन्नी दे कुछ नज़दीकियां दी भूमिका की भी पड़ताल की जा रही है। पता लग्या कि पंजाब सरकार भ्रिष्टाचारी भावें कोई वड्डा है भावें कोई छोटा है, उन्होंने कानून के कटहरे में लिया के खड़ा करने का इरादा रख रही है, अगे कदम बढ़ा रही है। चरणजीत सिंह चन्नी ग्रांटां वाले मसले लैके घिर गए है, तो उधर रहंद खोंद वाली मशीनरी के घापले लैके घिर गए है। वेखदे हां कि किन्नी क ईमानदारी के पुंज दोवें पंजाब के साबका मुख्य मंत्री निकलते हैं। ये हाले जांच दा विशा, जांच विचों की निकल के आउंदा आउण वाले दिनां 'च तुहाडे नाल साझा करांगे। अगली खबर लुधियाणे के अदालती कंपलैक्स में धमाके नाल जुड़ी हुई है। तुहानूं याद होना कि 2021 दे विच लुधियाणे दे विच एक बंब धमाका होया सी। उस बंब धमाके के कथित दोषी हरप्रीत सिंह, उन्हां दे नाल संबंध रखण वाले एक व्यक्ति नूं श्री मुक्तसर साहब की पुलिस ने नजायज़ असले के समेत काबू किया है। पुलिस ने जानकारी दी है कि CIA स्टाफ श्री मुक्तसर साहब के वलों जसवंत सिंह जिसका पिंड डोक है, उन्होंने 315 बोर देसी पिस्तौल के समेत काबू किया गया है। पुलिस ने जिहड़ा प्रैस बयान भेजा है, उहदे अनुसार जसवंत सिंह नूं पुलिस ने पिंड सीरवाली च नाके के दौरान काबू किया। जसवंत सिंह कुछ दिन पहलां कहंदे विदेश तो आया सी अते ये लुधियाना अदालती कंपलैक्स के विच जिहड़ा बंब धमाका होया सी, उहदे कथित दोषी हरप्रीत सिंह अजनाला नाल संबंध दस्सिया जा रहा है। फिलहाल पुलिस ने इस संबंधी मामला दर्ज कर लिया है, अगली कार्रवाई शुरू कर दी है अते इहदे बहुते वेरवे हाले उन्होंने होर नहीं दिते। तो दूसरे पासे भी जिहड़ी खबर है वह भी लुधियाना दे नाल ही जुड़ी खबर है। तुसीं सुन के खबर हैरान होवोगे। लुधियाना च पैंदा पिंड झांडे, झांडे च बैंक केनरा बैंक, केनरा बैंक की ब्रांच के विचों कुछ लोगों ने 2.5 किलो नकली सोना गहने रखिया, गिरवी रखिया अते 1 करोड़ ते 15 लाख रुपए का वो 2.5 किलो सोने के बदले कर्ज चक लिया। शक कित्थों पिया? कर्ज लै लिया 1 करोड़ 15 लाख का, पर कर्ज दियां किश्तां ना भरना है। अधिकारियों को लग्या कि सोना इन्हां दा इत्थे पिया है, उन्होंने तो सोने का फिक्र ही कोई नहीं। सोने की दोबारा जांच करवा के देखिए, पता लगे कि जिहड़े सोने के गहने साडे कोल इत्थे गहने रख के गए ने, गिरवी रख के गए ने, वो असली है कि नकली है। बैंक ने जिहड़े ज्यूलर तो सोने की परख करवाई सी, वो भी दरअसल हुण खबर मिल रही है कि इन्हां दोषियों नाल मुलजमां नाल साजिश दे विच शामिल सी। थाना सदर की पुलिस ने अगर नगर के रहने वाले राजकुमार, हैबोवाल की हरमीत कलोनी के आशीष सूद
ਅਤੇ ਉਹਨਾਂ ਦੀ ਧੀ ਰਜਨੀ ਸੂਦ ਅਤੇ ਮਾਂ ਚਿੰਤਪੁਰਨੀ ਡਾਇਮੰਡ ਦੇ ਆਸ਼ੀਸ਼ ਗੋਇਲ ਦੇ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ। ਹਾਲੇ ਤੱਕ ਕਿਸੇ ਦੀ ਵੀ ਇਹਨਾਂ 'ਚੋਂ ਗ੍ਰਿਫਤਾਰੀ ਨਹੀਂ ਹੋ ਸਕੀ। ਕੇਨਰਾ ਬੈਂਕ ਦੀ ਬ੍ਰਾਂਚ ਮੈਨੇਜਰ ਨੇ ਕਮਲਜੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਵਿੱਚ ਦੱਸਿਆ ਹੈ ਕਿ ਰਾਜਕੁਮਾਰ ਅਤੇ ਉਸਦੇ ਪਰਿਵਾਰ ਨੇ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਕਰਜ਼ ਲੈਣ ਲਈ ਸੰਪਰਕ ਕੀਤਾ ਸੀ। 2.5 ਕਿਲੋ ਸੋਨੇ ਦੇ ਗਹਿਣੇ ਬੈਂਕ ਕੋਲ ਉਹ ਰੱਖ ਗਏ ਤੇ 1 ਕਰੋੜ 15 ਲੱਖ ਦਾ ਉਹਦੇ ਬਦਲੇ ਕਰਜ਼ ਲੈ ਗਏ। ਸੋਨੇ ਦੇ ਗਹਿਣਿਆਂ ਦੀ ਜਾਂਚ ਮਾਂ ਚਿੰਤਪੁਰਨੀ ਡਾਇਮੰਡ ਦੇ ਜਿਊਲਰ ਆਸ਼ੀਸ਼ ਗੋਇਲ ਨੇ ਕੀਤੀ। ਕਰਜ਼ ਲੈਣ ਤੋਂ ਬਾਅਦ ਇਹ ਲੋਕ ਕਿਸ਼ਤਾਂ ਨਾ ਦੇਣ ਆਏ। ਸ਼ੱਕ ਹੋਣ ਤੇ ਉਹ ਗਹਿਣੇ ਦੁਬਾਰਾ ਮੁੜ ਜਾਂਚ ਵਾਸਤੇ ਭੇਜੇ ਗਏ ਤੇ ਗਹਿਣੇ ਸਾਰੇ ਦੇ ਸਾਰੇ ਨਕਲੀ ਨਿਕਲੇ ਆ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਜਾਂਚ ਅਧਿਕਾਰੀ ASI ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਹੁਣ ਤੁਸੀਂ ਦੇਖ ਲਓ ਕਿ ਇੱਥੋਂ ਪਤਾ ਲੱਗਦਾ ਕਿ ਚੋਰਾਂ ਨਾਲ ਕੁੱਤੀ ਰਲੀ ਹੋਈ ਸੀ। ਤੁਸੀਂ ਦੇਖੋ ਕਿ ਜਾਂਚ ਜਿਸ ਜਿਊਲਰ ਤੋਂ ਕਰਵਾਈ ਉਹ ਪਹਿਲਾਂ ਹੀ ਰਲਿਆ ਹੋਇਆ ਸੀ। ਹੁਣ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਉਸੇ ਜਿਊਲਰ ਕੋਲੋਂ ਜਾਂਚ ਕਿਉਂ ਕਰਵਾਈ ਗਈ। ਇਸ ਜਾਲਸਾਜ਼ੀ ਦੇ ਵਿੱਚੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਕੁਝ ਬੈਂਕ ਦੇ ਵਿੱਚੋਂ ਵੀ ਕੁਝ ਮੁਲਾਜ਼ਮ ਮਿਲੇ ਹੋਏ ਨਿਕਲ ਸਕਦੇ ਆ। ਵੇਖਣਾ ਹੋਏਗਾ ਕਿ ਧੋਖਾਧੜੀ ਵੱਡੀ ਹੈ ਕਿ ਇਹਦੇ ਵਿੱਚ ਕੌਣ-ਕੌਣ ਸ਼ਾਮਲ ਸੀ ਅਤੇ ਬੈਂਕ ਨਾਲ ਏਡੀ ਵੱਡੀ ਧੋਖਾਧੜੀ ਹੋ ਕਿਵੇਂ ਗਈ। ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।